ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਦੋ ਪੰਜਾਬੀਆਂ ਨੂੰ $1.5 ਕਰੋੜ ਦੀ ਠੱਗੀ ਮਾਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਕਾਬੂ ਕੀਤਾ ਗਿਆ। ਪਰ ਜਿਹੜੀਆਂ ਵੱਖ-ਵੱਖ ਵੈਬਸਾਈਟਾਂ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਇਹਨਾਂ ਨੇ ਠੱਗੀ $2.5 ਲੱਖ ਦੀ ਮਾਰੀ ਹੈ ਤੇ ਜਿਹੜਾ ਇਹਨਾਂ ਦਾ ਠੱਗੀ ਮਾਰਨ ਦਾ ਤਰੀਕਾ ਸੀਗਾ ਉਹ ਵੀ ਵਿਲੱਖਣ ਜਿਹਾ ਹੀ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਤੀਜਾ ਮੁਲਜ਼ਮ ਹੈ ਸੈਯਦ ਕਿਰਮਾਨੀ, ਉਹਦੀ ਭਾਲ ਕੀਤੀ ਜਾ ਰਹੀ ਹੈ, ਉਹਨੂੰ ਲੱਭਿਆ ਜਾ ਰਿਹਾ। ਜਿਹੜੀ ਜਾਣਕਾਰੀ ਦੀ ਟ੍ਰਿਬਿਊਨ ਵੈਬਸਾਈਟ, ਜਿਹੜੀ ਜਾਣਕਾਰੀ ਦੀ ਇੰਡੋ ਕੈਨੇਡੀਅਨ ਵੌਇਸ ਇੱਕ ਨਾਂ ਵੈਬਸਾਈਟ ਹੈ, ਖਬਰੀ ਵੈਬਸਾਈਟ ਹੈ, ਇਹਦੇ ਉੱਤੇ ਤੇ ਜਿਹੜੀ ਜਾਣਕਾਰੀ ਇਹਦੇ ਨਾਲ ਸਿਟੀ ਨਿਊਜ਼ ਟੋਰਾਂਟੋ ਸਿਟੀ ਨਿਊਜ਼ ਦੀ ਇੱਕ ਵੈਬਸਾਈਟ ਹੈ, ਉਹਦੇ ਤੇ ਜਿਹੜੀ ਜਾਣਕਾਰੀ ਛਪੀ ਹੈ ਆਪਾਂ ਉਹਦੇ ਮੁਤਾਬਕ ਤੁਹਾਨੂੰ ਇਹਨਾਂ ਖਬਰਾਂ, ਇਸ ਖਬਰ ਦੇ ਵੱਡੀ ਖਬਰ ਦੇ ਵੇਰਵੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਇਹ ਪੀਲ ਪੁਲਿਸ ਨੇ ਜਿਹੜੇ ਉਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬੈਂਕਾਂ ਦੇ ਵਿੱਚ ਜਾਲੀ ਵਪਾਰ ਖਾਤੇ ਖੋਲ੍ਹ ਕੇ ਤੇ ਉਹਨਾਂ ਖਾਤਿਆਂ ਦੇ ਰਾਹੀਂ ਜਾਂ ਉਹਨਾਂ ਦੇ ਵਿੱਚ ਜਾਲੀ ਚੈੱਕ ਜਮ੍ਹਾਂ ਕਰਵਾ ਕੇ ਰਕਮਾਂ ਹੜੱਪਣ ਵਾਲੇ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ। ਹੁਣ ਬਹੁਤ ਸਾਰੇ ਲੋਕਾਂ ਦੇ ਤੁਹਾਡੇ ਮਨਾਂ ਦੇ ਵਿੱਚ ਇਹ ਸਵਾਲ ਆਊਗਾ ਕਿ ਜੇਕਰ ਜਾਲੀ ਬੈਂਕ ਖਾਤਾ ਖੋਲ੍ਹਿਆ ਗਿਆ ਤੇ ਜਾਲੀ ਅਕਾਊਂਟ ਜਾਂ ਜਾਲੀ ਚੈੱਕ ਜਮ੍ਹਾਂ ਕਿਵੇਂ ਹੋ ਜਾਊਗਾ। ਅਸਲ ਦੇ ਵਿੱਚ ਇਹ ਵੀ ਇੱਕ ਠੱਗੀ ਹੈ ਕਿ ਤੁਸੀਂ ਕਿਸੇ ਦੀ ਜਾਣਕਾਰੀ ਐਕਸੈਸ ਕਰਕੇ, ਕਿਸੇ ਦੀ ਬੈਂਕਿੰਗ ਜਿੰਨੀਆਂ ਵੀ ਉਹਦੇ ਟ੍ਰਾਂਜੈਕਸ਼ਨਾਂ ਕਰ ਰਿਹਾ, ਉਹਦਾ ਨਾਮ ਕੀ ਹੈ, ਉਹਦਾ ਅਕਾਊਂਟ ਕੀ ਹੈ, ਤੇ ਉਸ ਤੋਂ ਬਾਅਦ ਉਹਨਾਂ ਸਾਰੀਆਂ ਜਾਣਕਾਰੀਆਂ ਨੂੰ ਹੈਕ ਕਰਕੇ ਐਕਸੈਸ ਕਰਕੇ ਕਿਵੇਂ ਵੀ, ਤਾਂ ਉਸ ਤੋਂ ਬਾਅਦ ਤੁਸੀਂ ਚੈੱਕ ਤਿਆਰ ਕਰ ਲੈਣੇ ਤੇ ਉਹਨਾਂ ਨੂੰ ਲਾ ਲੈਣੇ ਤੇ ਉਹਨੂੰ ਫਿਰ ਕਿਸੇ ਹੋਰ ਫਰਮ ਦਿਖਾ ਕੇ, ਕੋਈ ਹੋਰ ਰੈਂਡਮਲੀ ਕੋਈ ਚੀਜ਼ਾਂ ਤਿਆਰ ਕਰਕੇ ਜਾਲੀ, ਜਿਵੇਂ ਮੈਂ ਦੱਸਿਆ, ਵਪਾਰਕ ਖਾਤੇ ਦਿਖਾ ਕੇ ਉਹਨਾਂ ਦੇ ਵਿੱਚ ਜਮ੍ਹਾਂ ਕਰਵਾ ਲੈਂਦੇ ਹੋ ਤੇ ਉਸ ਤੋਂ ਬਾਅਦ ਰਕਮ ਬੰਦਾ ਕਢਵਾ ਲੈਂਦਾ, ਕਿਉਂਕਿ ਜਿਹਦੇ ਕੋਲ ਖਾਤੇ ਦਾ ਐਕਸੈਸ ਆ ਉਹੀ ਰਕਮ ਤਾਂ ਕਢਵਾ ਸਕੂਗਾ ਨਾ। ਹੁਣ ਇਹਨਾਂ ਨੇ ਰਕਮਾਂ ਹੜੱਪੀਆਂ, $2.5 ਲੱਖ ਦੀਆਂ ਰਕਮਾਂ ਦੱਸੀਆਂ ਜਾਂਦੀਆਂ, ਜਿਨ੍ਹਾਂ ਦੇ ਵਿੱਚ ਕੋਈ ਵੈਬਸਾਈਟ $1.5 ਲੱਖ ਵੀ ਕਹਿ ਰਹੀ ਹੈ। ਤੇ ਇਸ ਤੋਂ ਜਿਹੜੇ ਮੁਲਜ਼ਮ ਕਾਬੂ ਕੀਤੇ ਆ ਪੀਲ ਪੁਲਿਸ ਨੇ, ਜਿਹੜਾ ਦਾਅਵਾ ਕੀਤਾ ਉਹਨਾਂ ਦੇ ਵਿੱਚ 35 ਸਾਲਾ ਇੱਕ ਹਰਕੋਮਲ ਗਰੇਵਾਲ ਹੈ, ਬਰੈਂਪਟਨ ਦਾ ਰਹਿਣ ਵਾਲਾ, ਤੇ ਅਵਿਰਾਜ ਸਲੋਤਾ 26 ਸਾਲਾਂ ਦਾ, ਇਹ ਨਿਆਗਰਾ ਫਾਲ ਦੇ ਇਲਾਕਿਆਂ ਦੇ ਵਿੱਚ ਰਹਿਣ ਵਾਲਾ ਤੇ ਇਹਨਾਂ ਨੂੰ ਹੁਣ ਬਰੈਂਪਟਨ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਤੀਜਾ ਜਿਹੜਾ ਮੁਲਜ਼ਮ ਹੈ ਸੈਯਦ ਕਿਰਮਾਨੀ, ਉਹ 48 ਸਾਲਾਂ ਦਾ, ਉਹ ਵੀ ਬਰੈਂਪਟਨ ਦਾ ਰਹਿਣ ਵਾਲਾ, ਉਹ ਇਸ ਮਾਮਲੇ ਦੇ ਵਿੱਚ ਫਰਾਰ ਹੈ, ਜਿਸ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਇਹ ਹੈ ਕਿ ਇਹਨਾਂ ਮੁਲਜ਼ਮਾਂ ਨੇ ਇਹ ਨਹੀਂਗਾ ਕਿ ਇਕੱਲੀਆਂ ਇੱਥੇ ਹੀ ਠੱਗੀਆਂ ਮਾਰੀਆਂ, ਜਿਹਨਾਂ ਇਲਾਕਿਆਂ ਦੇ ਵਿੱਚ ਕਈ ਹੋਰ ਥਾਵਾਂ 'ਤੇ ਵੀ ਇਸੇ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਹੋਣਗੀਆਂ, ਜਿਸ ਦੇ ਸੰਬੰਧੀ ਦੇਸ਼ ਭਰ ਦੇ ਵਿੱਚ ਲੋਕਾਂ ਕੋਲੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਸਹਿਯੋਗ ਮੰਗਿਆ ਗਿਆ। ਮੁਲਜ਼ਮ ਬੈਂਕ ਦੇ ਵਿੱਚ ਜਾਲੀ ਕਾਰੋਬਾਰੀ ਖਾਤੇ ਖੋਲ੍ਹਦੇ ਸੀਗੇ ਤੇ ਉਹਨਾਂ ਦੇ ਵਿੱਚ ਜਾਲੀ ਚੈੱਕ ਜਮ੍ਹਾਂ ਕਰਵਾ ਕੇ ਰਕਮ ਕਢਵਾ ਲੈਂਦੇ ਸਨ। ਬੈਂਕਾਂ ਨੂੰ ਜਾਲਸਾਜ਼ੀ ਦਾ ਪਤਾ ਲੱਗਿਆ ਤੇ ਉਸ ਤੋਂ ਬੈਂਕਾਂ ਨੂੰ ਪਤਾ ਲੱਗਦਾ ਉਸ ਤੋਂ ਪਹਿਲਾਂ ਉਹ ਫਰਾਰ ਹੋ ਜਾਂਦੇ। ਪੁਲਿਸ ਦੇ ਮੁਤਾਬਕ ਹੁਣ ਤੱਕ ਮੁਲਜ਼ਮਾਂ ਵੱਲੋਂ ਕੀਤੀ ਗਈ $2.5 ਲੱਖ ਦੀ ਠੱਗੀ ਤਾਂ ਸਾਹਮਣੇ ਆ ਚੁੱਕੀ ਹੈ, ਪਰ ਅਜੇ ਤੱਕ ਹੋਰ ਵੀ ਕੇਸ ਜਿਹੜੇ ਨੇ ਉਹ ਦਰਜ ਹੋ ਸਕਦੇ ਨੇ। ਜਿਹੜਾ ਸੈਯਦ ਕਿਰਮਾਨੀ ਹੈ, ਇਹਦੇ ਮੁਤਾਬਕ ਇਹ ਦੱਸਿਆ ਗਿਆ ਕਿ ਜਿਹੜਾ ਇਹਨੂੰ $5,000 ਦੇ ਜਿਹੜੇ 2 ਕਾਊਂਟ ਹੈ, 2 ਦੋਸ਼ ਹੈ, ਉਹਨਾਂ ਦੇ ਤਹਿਤ ਜਿਹੜਾ ਉਹਨੂੰ ਚਾਰਜ ਕੀਤਾ ਗਿਆ ਇਹਨਾਂ ਮਾਮਲਿਆਂ ਦੇ ਵਿੱਚ। ਤੇ ਜਿਹੜੇ ਇਹਨਾਂ ਨੂੰ ਹੁਣ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਬਰੈਂਪਟਨ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਕੈਨੇਡਾ ਵਾਈਡ ਜਿਹੜਾ ਵਾਰੰਟ ਆ ਉਹ ਇਸ਼ੂ ਕਰ ਦਿੱਤਾ ਗਿਆ ਸੈਯਦ ਕਿਰਮਾਨੀ ਦੇ ਨਾਮ ਤੇ ਇਹ ਵੀ ਜਿਹੜਾ ਇਹਦੇ ਤੇ ਦੋਸ਼ ਲਾਏ ਗਏ ਨੇ $5,000 ਦੇ 5 ਜਿਹੜੇ ਦੋਸ਼ ਨੇ, 5 ਕਾਊਂਟਸ ਲਾਏ ਗਏ ਨੇ, ਫਰਾਡ ਓਵਰ $5,000 ਦੇ ਜਿਹੜੇ 5 ਦੋਸ਼ ਨੇ ਉਹ ਲੱਗੇ ਨੇ। ਤੇ ਉਸ ਤੋਂ ਬਾਅਦ ਜਿਹੜੀ ਟੋਰਾਂਟੋ ਸਿਟੀ ਨਿਊਜ਼ ਜਿਹੜੀ ਜਾਣਕਾਰੀ ਦੇ ਰਿਹਾ, ਉਸ ਮਾਮਲੇ ਦੇ ਵਿੱਚ ਇਹ ਕਿਹਾ ਗਿਆ ਕਿ ਇਨਵੈਸਟੀਗੇਟਰਸ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਇਨਵੈਸਟੀਗੇਸ਼ਨ ਹੋਰ ਜਿਹੜੀ ਉਹ ਚੱਲ ਰਹੀ ਹੈ, ਇਨਵੈਸਟੀਗੇਸ਼ਨ ਆਨਗੋਇੰਗ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ, ਆਲ ਅਕ੍ਰੋਸ ਕੈਨੇਡਾ ਜਿਹੜੇ ਨੇ ਉਹ ਮੋਰ ਜਿਹੜੇ ਇਸ ਤਰ੍ਹਾਂ ਦੇ ਸਸਪੈਕਟ ਨੇ ਉਹ ਹੋ ਸਕਦੇ ਨੇ। ਇਹ ਰਿਲੀਜ਼ ਜਿਹੜਾ ਉਹ ਕਹਿੰਦਾ ਇੱਕ ਗੱਲ ਕਿ ਜ਼ਰੂਰੀ ਨਹੀਂਗਾ ਕਿ ਇਹਨਾਂ ਤਿੰਨਾਂ ਤੱਕ ਹੀ ਜਿਹੜਾ ਜਾਲ ਆ ਉਹ ਫੈਲਿਆ ਹੋਊਗਾ, ਇਹਨਾਂ ਤਿੰਨਾਂ ਨੇ ਇਹ ਜਾਲਸਾਜ਼ੀਆਂ ਕੀਤੀਆਂ ਹੋਣਗੀਆਂ। ਜਿਹੜੀ ਟੋਰਾਂਟੋ ਸਿਟੀ ਨਿਊਜ਼ ਆ ਉਹ ਤਾਂ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਟਰਸ ਦੇ ਹਵਾਲੇ ਦੇ ਨਾਲ ਇਹ ਗੱਲ ਕਹਿ ਰਹੀ ਹੈ ਕਿ ਹੋਰ ਵੀ ਲੋਕ ਜੁੜੇ ਹੋ ਸਕਦੇ ਨੇ, ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਹੋਰਾਂ ਲੋਕਾਂ ਨੂੰ ਵੀ ਪੀੜਤ ਨਿਸ਼ਾਨਾ ਬਣਾਇਆ ਹੋਣਾ। ਕਈ ਵੈਬਸਾਈਟਾਂ ਇਸ ਮਾਮਲੇ ਦੇ ਵਿੱਚ $1.5 ਕਰੋੜ ਲਿਖ ਰਹੀਆਂ ਨੇ, ਪਰ ਪੁਸ਼ਟੀ ਨਹੀਂ ਹੁੰਦੀ। ਪਰ ਜਿਹੜੀ ਜਾਣਕਾਰੀ ਆਪਾਂ ਟੋਰਾਂਟੋ ਸਿਟੀ ਨਿਊਜ਼ ਤੋਂ ਹਾਸਲ ਕੀਤੀ ਹੈ, ਜਾਂ ਜਿਹੜੀ ਜਾਣਕਾਰੀ ਦੀ ਇੰਡੋ ਕੈਨੇਡੀਅਨ ਵੌਇਸ ਤੋਂ ਹਾਸਲ ਕੀਤੀ ਹੈ, ਜਾਂ ਜਿਹੜੀ ਜਾਣਕਾਰੀ ਦੀ ਟ੍ਰਿਬਿਊਨ ਵੈਬਸਾਈਟ ਤੋਂ ਹਾਸਲ ਕੀਤੀ ਹੈ, ਉਹਨਾਂ ਨੇ $2.5 ਲੱਖ ਦੀ ਠੱਗੀ ਦੇ ਮਾਮਲੇ ਦੇ ਵਿੱਚ ਦੋ ਪੰਜਾਬੀ, ਹਰਕੋਮਲ ਗਰੇਵਾਲ ਤੇ ਬਰੈਂਪਟਨ ਦਾ ਰਹਿਣ ਵਾਲਾ ਹੈ, 35 ਸਾਲ ਉਮਰ ਹੈ, ਤੇ ਅਵਿਰਾਜ ਸਲੋਤਾ 26 ਸਾਲਾਂ ਦਾ ਤੇ ਇਹ ਨਿਆਗਰਾ ਫਾਲ ਦਾ ਇਲਾਕਿਆਂ ਦਾ ਰਹਿਣ ਵਾਲਾ ਤੇ ਇਹਨਾਂ ਨੂੰ ਕਾਬੂ ਕਰਨ ਦੀ ਗੱਲ ਕਹੀ ਹੈ, ਕਾਬੂ ਕਰਨ ਦਾ ਦਾਅਵਾ ਕੀਤਾ। ਤੇ ਸੈਯਦ ਕਿਰਮਾਨੀ ਜਿਹੜਾ 48 ਸਾਲਾਂ ਦਾ, ਇਹ ਬਰੈਂਪਟਨ ਦਾ ਰਹਿਣ ਵਾਲਾ ਪਰ ਹਲੇ ਫਰਾਰ ਹੈ। ਜਿਹੜੇ ਜਾਂਚ ਕਰ ਰਹੇ ਨੇ ਇਨਵੈਸਟੀਗੇਟਰਸ ਨੇ ਜਿਹੜੇ ਇਸ ਮਾਮਲੇ ਦੇ ਵਿੱਚ,
ਉਹਨਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਗ੍ਰਿਫਤਾਰੀਆਂ ਦੇ ਨਾਲ ਜਾਂ ਤਿੰਨਾਂ ਦੇ ਸਾਹਮਣੇ ਆਉਣ ਨਾਲ ਹਾਲੇ ਪੂਰਾ ਪਰਦਾਫਾਸ਼ ਨਹੀਂ ਹੋਇਆ। ਹੋ ਸਕਦਾ ਹੈ ਇਸ ਨੈਟਵਰਕ ਦੇ ਵਿੱਚ ਹੋਰ ਵੀ ਲੋਕ ਹੋਣ। ਬਹੁਤ ਵਾਰ ਆਪਣੇ ਜਿਹੜੇ ਲੋਕ ਨੇ ਉਹ ਖਬਰ ਜਦੋਂ ਉਹਨਾਂ ਦਾ ਨਾਮ ਆ ਜਾਂਦਾ ਕਿਸੇ ਖਬਰ ਦੇ ਵਿੱਚ ਉਹ ਇਤਰਾਜ਼ ਕਰਦੇ ਨੇ ਜਾਂ ਕਿਵੇਂ। ਤਾਂ ਇਹ ਦੇਖੋ ਹਰ ਖਬਰ ਜਿਹੜੀ ਆ ਉਹ ਤਾਂ ਬਣਦੀ ਜਦੋਂ ਕੋਈ ਕ੍ਰਾਈਮ ਵਾਪਰਦਾ, ਜਦੋਂ ਕੋਈ ਘਟਨਾ ਵਾਪਰਦੀ ਹੈ। ਤੇ ਜਦੋਂ ਕੋਈ ਕ੍ਰਾਈਮ ਵਾਪਰਦਾ ਤੇ ਜਿਹੜੀ ਕ੍ਰਾਈਮ ਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ ਜਿਨ੍ਹਾਂ ਲੋਕਾਂ ਦੀ, ਉਹ ਚਾਹੇ ਕਿਸੇ ਵੀ ਭਾਈਚਾਰੇ ਤੋਂ ਹੋ ਸਕਦੇ ਨੇ। ਸੋ ਇਹਦੇ ਵਿੱਚ ਕੋਈ ਸ਼ਾਇਦ ਹਰ ਗੁੱਸੇ ਵਾਲੀ ਤਾਂ ਗੱਲ ਹੈ ਨਹੀਂ ਗੀ। ਲੰਘੇ ਦਿਨਾਂ ਦੇ ਵਿੱਚ ਅਜਿਹਾ ਕਈ ਵਾਰ ਵਾਪਰਿਆ ਕਿ ਕੈਨੇਡਾ ਦੇ ਨਾਲ ਜਾਂ ਅਮਰੀਕਾ ਦੇ ਨਾਲ ਸੰਬੰਧਿਤ ਜਦੋਂ ਅਸੀਂ ਖਬਰਾਂ ਭਾਈਚਾਰੇ ਦੀਆਂ ਸਾਂਝੀਆਂ ਕਰੀਦੀਆਂ ਤਾਂ ਫਿਰ ਬਹੁਤ ਸਾਰੇ ਲੋਕ ਉਹਨਾਂ ਦੇ ਪਰਿਵਾਰਕ ਮੈਂਬਰ ਇਤਰਾਜ਼ ਕਰਦੇ ਨੇ। ਜਦੋਂ ਕੋਈ ਗੱਲ ਪੁਲਿਸ ਰੈਕਡ ਦੇ ਵਿੱਚ ਆ ਗਈ, ਪੁਲਿਸ ਰਿਕਾਰਡ ਦੇ ਵਿੱਚ ਆ ਗਈ, ਤੇ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਦੇ ਰਾਹੀਂ ਉਹਨੂੰ ਦੱਸ ਦਿੱਤਾ। ਬਾਕੀ ਦੇ ਜਿਹੜੇ ਵੈਬਸਾਈਟਸ ਨੇ ਜਾਂ ਨਿਊਜ਼ ਵੈਬ ਪੋਰਟਲ ਨੇ ਉਹਨਾਂ ਨੂੰ ਜਦੋਂ ਜਾਣਕਾਰੀਆਂ ਦਿੱਤੀਆਂ ਤਾਂ ਉਦੋਂ ਕੋਈ ਇਹ ਸ਼ੱਕ ਸ਼ੁਬਾ ਨਹੀਂ ਰਹਿ ਜਾਂਦਾ ਕਿ ਕਿਸੇ ਦਾ ਨਾਂ ਲਿਆ ਜਾਂ ਨਹੀਂ ਲਿਆ। ਸੋ 2 ਨਾਂ 3 ਨਾਂ ਸਾਹਮਣੇ ਆਏ ਨੇ, ਹਰਕੋਮਲ ਗਰੇਵਾਲ, ਅਵਿਰਾਜ ਸਲੋਤਾ ਤੇ ਸਈਦ ਕਿਰਮਾਨੀ। ਇਹ 2 ਜਣੇ ਬਰੈਂਪਟਨ ਦੇ ਰਹਿਣ ਵਾਲੇ ਆ ਤੇ 1 ਜਣਾ ਨਿਆਗਰਾ ਫਾਲਸ ਦੇ ਇਲਾਕਿਆਂ ਦਾ ਰਹਿਣ ਵਾਲਾ ਹੈ। ਤੇ ਜਾਂਚ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਹੋਰ ਵੀ ਲੋਕ ਜਿਹੜੇ ਨੇ ਇਸ ਨੈਟਵਰਕ ਦੇ ਨਾਲ ਜੁੜੇ ਹੋਏ ਨੇ। ਸੋ ਸਮੇਂ-ਸਮੇਂ ਤੋਂ ਆਪਾਂ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆਈ ਦੀਆਂ। ਤੁਸੀਂ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਲਾਈਕ ਜ਼ਰੂਰ ਕਰ ਲਓ ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਅੱਪੜਦੀ ਹੋ ਜਾਵੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।